ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਭਾਈ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨੁਖ ਦੇਈ ਪਾਈ। ਮਨੁੱਖਾ ਦੇਹੀ ਦਿੱਤੀ ਭਾਈ ਕਿ ਸੰਸਾਰ ਦੇ ਵਿੱਚ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਦੀ ਨਿਵਰਤੀ ਕਰਨੀ। ਤੋ ਇਹੋ ਹੀ ਮਨੋਰਥ ਨੂੰ ਪੂਰਾ ਕਰਨ ਵਾਸਤੇ ਮਹਾਰਾਜ ਉਪਦੇਸ਼ ਦਿੰਦੇ ਨੇ। ਇਕ ਓੰਕਾਰ ਸਤਿਗੁਰ ਪ੍ਰਸਾਦ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਆਧਾਰ। ਸਾਧ ਸੰਗਤ, ਇਸ ਮਹੀਨੇ ਦੇ ਵਿੱਚ ਮਹਾਰਾਜ ਉਪਦੇਸ਼ ਦੇ ਕੇ ਜੀਵ ਮਾਤਰ ਨੂੰ ਪਰਮਾਤਮਾ ਦੇ ਪਾਸੇ ਲਾਉਣਾ ਚਾਹੁੰਦੇ ਨੇ ਕਿ ਸਾਵਣ ਵੈਸੇ ਅੱਖਰ ਸ਼ਰਾਵਣ ਔਰ ਆਮ ਭਾਸ਼ਾ ਦੇ ਵਿੱਚ ਸਾਉਣ ਕਹਿ ਦਿੰਦੇ ਨੇ। ਸ਼ਰਾਵਣ ਤੇ ਭਾਦੋਂ ਇਹ ਦੋ ਵਰਸ਼ਾ ਰਿਤੂ ਹੁੰਦੀ ਹੈ। ਜੇਠ ਤੇ ਹਾੜ ਇਹ ਗਰਮ ਰਿਤੂ ਹੁੰਦੀ ਹੈ। ਤੋ ਮਹਾਰਾਜ ਇੱਥੇ ਉਪਦੇਸ਼ ਦੇ ਰਹੇ ਨੇ ਕਿ ਭਾਈ ਜਿਸ ਤਰ੍ਹਾਂ ਜੇਠ ਹਾੜ ਦੀ ਗਰਮੀ ਦੇ ਨਾਲ ਸਾਰੇ ਪਾਸੇ ਸੋਕਾ ਪੈ ਗਿਆ ਸੀਗਾ, ਤੇ ਜਿਉਂ ਹੀ ਇਹ ਮਹੀਨਾ ਸ਼ੁਰੂ ਹੋਇਆ, ਜਿਉਂ ਹੀ ਬਰਖਾ ਸ਼ੁਰੂ ਹੋਈ ਆ ਤੇ ਸਾਰੇ ਪਾਸੇ ਹਰਿਆਲੀ ਆ ਗਈ ਆ। ਮਾਨੋ ਸਾਰੀ ਧਰਤੀ ਰਸਾਂ ਦੇ ਨਾਲ ਭਰ ਗਈ ਆ। ਔਰ ਇਸ ਠੰਡੀ ਮਿੱਠੀ ਰੁੱਤ ਜਿਹੜੀ ਆ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਭਾਈ ਵੱਖਰੀ ਵੱਖਰੀ ਦ੍ਰਿਸ਼ਟੀ ਕਰਕੇ ਵੱਖਰਾ ਵੱਖਰਾ ਫਾਇਦਾ ਲਿਆ ਜਾਂਦਾ। ਤੋ ਜਿਹੜਾ ਬਿਮਾਰ ਪੁਰਸ਼ ਆ ਉਹ ਇਸ ਰੁੱਤ ਵਿੱਚ ਸੈਰ ਕਰਕੇ ਫਾਇਦਾ ਲੈਂਦਾ। ਜਿਹੜਾ ਵਾਤਾਵਰਨ ਪ੍ਰੇਮੀ ਆ ਉਹ ਸੈਰ ਕਰਕੇ ਸੀਨਰੀ ਦੇਖ ਕੇ, ਪਹਾੜਾਂ ਦੀਆਂ ਸੀਨਰੀਆਂ ਦੇਖ ਕੇ ਪ੍ਰਸੰਨ ਹੁੰਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਕਾਮਣੀ ਆ ਇਹ ਰੁੱਤ ਜਿਹੜੀ ਆ ਇਹ ਇਮੋਸ਼ਨਲ ਕਰਨ ਵਾਲੀ ਰੁੱਤ ਹੁੰਦੀ ਹੈ, ਭਾਵਨਾ ਪੈਦਾ ਕਰਨ ਵਾਲੀ ਰੁੱਤ ਹੁੰਦੀ ਹੈ।
ਇਸ ਰੁੱਤ ਦੇ ਵਿੱਚ ਪ੍ਰਿਆ ਜਨ ਜਿਹੜੇ ਨੇ ਉਹਨਾਂ ਦੀ ਯਾਦ ਆਉਂਦੀ ਹੈ। ਤੋ ਮਹਾਰਾਜ ਕਹਿੰਦੇ ਕਿ ਜਿਹੜੀ ਇਸਤਰੀ ਹੁੰਦੀ ਆ ਉਹ ਇਸ ਰੁੱਤ ਦੇ ਵਿੱਚ ਜਿਸ ਤਰ੍ਹਾਂ ਆਪਣੇ ਪਤੀ ਨਾਲ ਮਿਲ ਕੇ ਪਿਆਰ ਰਸ ਲੈਂਦੀ ਆ, ਆਨੰਦ ਰਸ ਲੈਂਦੀ ਆ, ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਕਿ ਚਰਨ ਕਮਲ ਸਿਓ ਪਿਆਰ। ਤੋ ਪਰਮਾਤਮਾ ਦਾ ਜਿਹੜਾ ਭਗਤ ਹੁੰਦਾ ਉਹ ਇਸ ਰੁੱਤ ਵਿੱਚ ਕਥਾ ਸੁਣਦਾ, ਕਿਉਂਕਿ ਮਹੀਨੇ ਦਾ ਨਾਂ ਹੀ ਸ਼ਰਾਵਣ ਆ, ਤੋ ਇਹਦਾ ਅਰਥ ਹੁੰਦਾ ਕਿ ਸਰਵਣ ਕਰਨਾ। ਤੋ ਜਿਹੜਾ ਪਰਮਾਤਮਾ ਦਾ ਭਗਤ ਵਾ ਉਹ ਇਸ ਮਹੀਨੇ ਦੇ ਵਿੱਚ ਪਰਮਾਤਮਾ ਦੀ ਕਥਾ ਸੁਣਦਾ, ਯਾਤਰਾ ਕਰਦਾ, ਧਰਮ ਕਰਮ ਕਮਾਉਂਦਾ। ਤੋ ਆਪਣੇ ਆਪਣੇ ਨਜ਼ਰੀਏ ਦੇ ਨਾਲ ਇਸ ਰੁੱਤ ਦਾ ਫਾਇਦਾ ਲੈਂਦੇ ਆ। ਤੋ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਕਿਸ ਤਰ੍ਹਾਂ ਕਮਜ਼ੋਰੀ ਨੂੰ ਵੀ ਆਪਣੀ ਤਾਕਤ ਬਣਾਉਣਾ, ਕਿਉਂਕਿ ਹਰੇਕ ਮੌਸਮ ਦਾ ਜੀਵ ਆਤਮਾ ਦੇ ਉੱਤੇ ਫਰਕ ਪੈਂਦਾ, ਪ੍ਰਭਾਵ ਪੈਂਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਉਂ ਠੰਡੀ ਰੁੱਤ ਆਉਂਦੀ ਆ ਤੋ ਜੀਵ ਆਤਮਾ ਵੀ ਪ੍ਰਸੰਨ ਹੋ ਜਾਂਦੀ ਹੈ। ਪ੍ਰਸੰਨ ਹੋ ਜਾਂਦੀ ਆ ਤੇ ਇਹਦੇ ਅੰਦਰ ਭਾਵਨਾ ਪੈਦਾ ਹੁੰਦੀ ਆ। ਤੋ ਭਾਵਨਾ ਨੂੰ ਚੰਗੇ ਪਾਸੇ ਪਰਮਾਤਮਾ ਦਾ ਪਿਆਰਾ ਲਾਉਂਦਾ, ਸੇਵਾ ਕਰਦਾ, ਸਿਮਰਨ ਕਰਦਾ, ਕੀਰਤਨ ਸੁਣਦਾ, ਕਥਾ ਸੁਣਦਾ, ਯਾਤਰਾ ਕਰਦਾ। ਮਨ ਤਨ ਰਤਾ ਸੱਚ ਰੰਗ, ਏਕੋ ਨਾਮ ਆਧਾਰ। ਤੋ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਉਹ ਇਸ ਰੁੱਤ ਦਾ ਜਿਹੜਾ ਸਦ ਉਪਯੋਗ ਕਰਦੇ ਆ। ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਪਾਣੀ ਕਰਦੇ ਆ, ਨਾਮ ਜਪਦੇ ਆ, ਮਹਾਰਾਜ ਦੀ ਕਥਾ ਸੁਣਦੇ ਆ, ਸਤਸੰਗ ਕਰਦੇ ਆ, ਤੀਰਥ ਯਾਤਰਾ ਕਰਦੇ ਆ, ਧਰਮ ਕਰਮ ਕਮਾਉਂਦੇ ਆ, ਦਾਨ ਪੁੰਨ ਕਰਦੇ ਆ। ਔਰ ਉਹਨਾਂ ਦਾ ਜਿਹੜਾ ਮਨ ਆ ਤੇ ਤਨ ਦੋਨੇ ਹੀ ਰੰਗੇ ਜਾਂਦੇ ਆ, ਇਸੇ ਹੀ ਸੰਸਕਾਰ ਦੇ ਵਿੱਚ ਰੰਗੇ ਜਾਂਦੇ ਆ। ਤੋ ਮਹਾਰਾਜ ਕਹਿੰਦੇ ਕਿ ਇਹੋ ਹੀ ਸੱਚਾ ਰੰਗ ਆ, ਇਹ ਸੱਚਾ ਰੰਗ ਆ। ਤੇ ਜਿਹੜਾ ਆਲਸੀ ਹੁੰਦਾ ਉਹ ਇਸ ਮਹੀਨੇ ਨੂੰ ਕਹਿੰਦਾ ਕਿ ਇਹ ਤੇ ਮਹੀਨਾ ਸਾਉਣ ਦਾ ਮਹੀਨਾ, ਕਿ ਜੇਠ ਹਾੜ ਦੇ ਵਿੱਚ ਨੀਂਦ ਪੂਰੀ ਨਹੀਂ ਸੀ ਲਈ ਜਾਂਦੀ ਤੇ ਹੁਣ ਠੰਡੀ ਰੁੱਤ ਆ ਗਈ ਆ ਸੌਣ ਦੀ, ਤੇ ਖੀਰ ਪੂੜੇ ਖਾਓ ਤੇ ਚੰਗੀ ਤਰ੍ਹਾਂ ਸੌਵੋ, ਇਹ ਸੌਣ ਦਾ ਮਹੀਨਾ। ਤੋ ਆਲਸੀ ਜਿਹੜਾ ਹੈਗਾ ਉਹ ਇਸ ਮਹੀਨੇ ਦੇ ਵਿੱਚ ਖੀਰ ਪੂੜੇ ਖਾ ਕੇ ਤੇ ਖੂਬ ਸੌਂਦਾ। ਤੋ ਮਹਾਰਾਜ ਕਹਿੰਦੇ ਆ ਕਿ ਇਹ ਸੱਚਾ ਰੰਗ ਨਹੀਂ ਹੈਗਾ। ਸੱਚਾ ਰੰਗ ਉਹ ਗੁਰਮੁਖ ਦਾ ਜਿਹੜਾ ਇਸ ਮਹੀਨੇ ਦਾ ਸਦ ਉਪਯੋਗ ਕਰਦਾ, ਸੇਵਾ ਸਿਮਰਨ ਕਰਦਾ। ਤੋ ਮਹਾਰਾਜ ਕਹਿੰਦੇ ਕਿ ਇਹੋ ਹੀ ਉਹਦਾ ਆਧਾਰ ਹੋ ਜਾਂਦਾ, ਕਿੱਤਾ ਹੋ ਜਾਂਦਾ, ਇਹੋ ਹੀ ਉਹਦਾ ਕਾਰੇ ਹੋ ਜਾਂਦਾ। ਹੁਣ ਢਾਡੀ ਬੇਕਾਰ ਕਾਰੇ ਲਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ। ਇਹੋ ਹੀ ਉਹਦਾ ਭੋਜਨ ਹੋ ਜਾਂਦਾ, ਇਹੋ ਹੀ ਉਹਦਾ ਕਾਰ ਹੋ ਜਾਂਦਾ, ਕਰਮ ਹੋ ਜਾਂਦਾ, ਕੰਮ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਨੇ ਵੇਖਿਆ ਰੰਗ ਕੁੜਾਵਿਆ, ਦਿਸਨ ਸਭੇ ਸ਼ਾਰ। ਤੋ ਜਿਹੜਾ ਪ੍ਰਮਾਤਮਾ ਦਾ ਪ੍ਰੇਮੀ ਹੁੰਦਾ, ਜਿਹਦਾ ਤਨ ਮਨ ਸੱਚੀ ਸੇਵਾ ਦੇ ਵਿੱਚ, ਸੱਚੇ ਸਿਮਰਨ ਦੇ ਵਿੱਚ ਰੰਗਿਆ ਗਿਆ, ਦਇਆ ਪਰਉਪਕਾਰ ਦੇ ਵਿੱਚ ਰੰਗਿਆ ਗਿਆ, ਭਾਈ ਰਾਗ ਦਵੇਸ਼ ਉਹਦਾ ਦੂਰ ਹੋ ਗਿਆ, ਨਿੰਦਿਆ ਚੁਗਲੀ ਦੂਰ ਹੋ ਗਈ, ਆਪਣਾ ਬਗਾਨਾ ਦੂਰ ਹੋ ਗਿਆ, ਛਲ ਕਪਟ ਦੂਰ ਹੋ ਗਿਆ, ਧੋਖਾ ਫਰੇਬ ਦੂਰ ਹੋ ਗਿਆ, ਮਿਲਾਵਟ ਦੂਰ ਹੋ ਗਈ। ਤੋ ਕਹਿੰਦੇ ਆ ਕਿ ਭਾਈ ਜਿਹੜਾ ਮਾਇਆ ਦਾ ਰੰਗ ਆ ਨਾ, ਉਹਦੇ ਵਾਸਤੇ ਕੂੜ ਹੋ ਜਾਂਦਾ।
ਕਿਉਂਕਿ ਇਹ ਵੇਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ। ਇਹ ਜਿਹੜੀ ਨਿੰਦਿਆ, ਚੁਗਲੀ, ਈਰਖਾ, ਵਖੀਲੀ, ਰਾਗ, ਦਵੇਸ਼, ਛਲ, ਕਪਟ, ਧੋਖਾ, ਫਰੇਬ, ਇਸ ਨੂੰ ਉਹ ਵਿਖਿਆ ਸਮਝਦਾ, ਜ਼ਹਿਰ ਸਮਝਦਾ। ਕਿਉਂਕਿ ਜ਼ਹਿਰ ਜਿਹੜੀ ਹੁੰਦੀ ਆ ਇਹ ਨੁਕਸਾਨ ਕਰਨ ਵਾਲੀ ਹੁੰਦੀ ਹੈ। ਜ਼ਹਿਰ ਯਕਦਮ ਸਰੀਰ ਦਾ ਨਾਸ਼ ਕਰ ਦਿੰਦੀ ਆ, ਤੇਜ਼ਾਬ ਬਣਾ ਦਿੰਦੀ ਆ, ਗੈਸ ਬਣਾ ਦਿੰਦੀ ਆ, ਨਸ਼ਟ ਕਰ ਦਿੰਦੀ ਆ। ਤੇ ਜਿਹੜਾ ਕੂੜ ਹੁੰਦਾ, ਬੁਰਾ ਵਿਵਹਾਰ, ਨਿੰਦਿਆ, ਚੁਗਲੀ, ਈਰਖਾ, ਵਖੀਲੀ, ਇਹ ਵੀ ਮਹਾਰਾਜ ਕਹਿੰਦੇ ਨੇ ਕਿ ਬਿਖ ਵਾਂਗੂ ਹੀ ਅੰਦਰ ਤੇਜ਼ਾਬ ਬਣਾਉਂਦਾ, ਅੰਦਰ ਗੈਸ ਬਣਾਉਂਦਾ, ਦੁਖੀ ਕਰਦਾ। ਤੋ ਗੁਰਮੁਖ ਪਿਆਰਾ ਇਸ ਨੂੰ ਵੀ ਜ਼ਹਿਰ ਸਮਝਦਾ, ਬਿਖ ਸਮਝਦਾ, ਬਿਖ ਸਮਝ ਕੇ ਇਹਨੂੰ ਭਾਈ ਦੂਰ ਕਰ ਦਿੰਦਾ। ਇਹਨੂੰ ਦਿਸਣ ਸਭੇ ਸ਼ਾਰ, ਇਹਨੂੰ ਸਵਾਹ ਸਮਝਦਾ, ਪਰਾਏ ਧਨ ਨੂੰ ਸਵਾਹ ਸਮਝਦਾ, ਨਿੰਦਿਆ, ਚੁਗਲੀ, ਈਰਖਾ, ਵਖੀਲੀ ਨੂੰ ਸਵਾਹ ਸਮਝਦਾ, ਛਲ, ਕਪਟ, ਧੋਖਾ, ਫਰੇਬ, ਠੱਗੀ, ਸਭ ਨੂੰ ਉਹ ਸਵਾਹ ਸਮਝਦਾ, ਕੂੜ ਸਮਝਦਾ, ਝੂਠ ਸਮਝਦਾ, ਮਿੱਥਿਆ ਸਮਝਦਾ, ਜ਼ਹਿਰ ਸਮਝਦਾ। ਜਿਸ ਨੂੰ ਸੱਚਾ ਰੰਗ ਲੱਗ ਗਿਆ ਪ੍ਰਮਾਤਮਾ ਦੇ ਨਾਮ ਦਾ, ਸੱਚੇ ਪਰਉਪਕਾਰ ਦਾ, ਸੱਚੇ ਸੰਸਕਾਰਾਂ ਦਾ ਜਿਹਨੂੰ ਨਾਂ ਰੰਗ ਲੱਗ ਗਿਆ, ਉਹ ਫਿਰ ਇਹ ਮਾਇਆਵੀ ਜਿਹੜਾ ਛਲ ਆ, ਇਸ ਨੂੰ ਫਿਰ ਉਹ ਬਿਖ ਸਮਝ ਕੇ ਤਿਆਗ ਦਿੰਦਾ। ਤੋ ਉਹਦੀ ਦ੍ਰਿਸ਼ਟੀ ਦੇ ਵਿੱਚ ਇਹ ਸਭ ਕੁਝ ਹੀ ਸਵਾਹ ਹੋ ਜਾਂਦਾ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਸ ਤਰ੍ਹਾਂ ਇਸ ਮਹੀਨੇ ਦੇ ਵਿੱਚ ਬੂੰਦਾਬਾਂਦੀ ਜਦੋਂ ਹੁੰਦੀ ਆ ਤੇ ਬਹੁਤ ਇੱਕ ਆਨੰਦਮਈ ਦ੍ਰਿਸ਼ ਬਣ ਜਾਂਦਾ। ਲੋਕ ਘਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਖਾਂਦੇ ਨੇ, ਪਕੌੜੇ ਬਣਾ ਕੇ ਖਾਂਦੇ ਨੇ, ਹੋਰ ਕਈ ਪ੍ਰਕਾਰ ਦੇ ਪਕਵਾਨ ਬਣਾ ਕੇ ਖਾਂਦੇ ਨੇ। ਤੋ ਮਹਾਰਾਜ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਪਿਆਰਾ ਹੁੰਦਾ ਉਹਦੇ ਅੰਦਰ ਪ੍ਰੇਮ ਰਸ ਦੀਆਂ ਬੂੰਦਾਂ ਪ੍ਰਗਟ ਹੁੰਦੀਆਂ, ਸ਼ਰਧਾ ਰਸ ਦੀਆਂ ਬੂੰਦਾਂ ਪ੍ਰਗਟ ਹੁੰਦੀਆਂ, ਜਿਹੜੀਆਂ ਕਿ ਉਸ ਨੂੰ ਸਾਰੇ ਪਾਸੇ ਹੀ ਪ੍ਰਸੰਨਤਾ ਦਿੰਦੀਆਂ। ਪਰ ਇਹ ਸ਼ਰਧਾ, ਪ੍ਰੇਮ ਦੀਆਂ ਜਿਹੜੀਆਂ ਬੂੰਦਾਂ ਵਾ, ਮਹਾਰਾਜ ਕਹਿੰਦੇ ਜੇ ਪ੍ਰਾਪਤ ਕਰਨੀਆਂ ਤੇ ਸਾਧੂ ਸੰਗ, ਜੇ ਸਾਧੂ ਦਾ ਸੰਗ ਕਰੇਗਾ, ਮਹਾਂਪੁਰਖਾਂ ਦਾ ਸੰਗ ਕਰੇਗਾ, ਫੇ ਹੀ ਤੂੰ ਪੀਵਨ ਦਾ ਅਧਿਕਾਰੀ ਹੋਵੇਂਗਾ। ਕਿਉਂਕਿ ਸੰਗਤ ਦਾ ਹੀ ਸਾਰਾ ਰੰਗ ਹੁੰਦਾ। ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿੱਦਾਂ ਦਾ ਸੰਗ ਕਰਾਂਗੇ ਰੰਗ ਲੱਗੇਗਾ। ਤੋ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਸ਼ਰਧਾ, ਪ੍ਰੇਮ ਪ੍ਰਗਟ ਹੁੰਦਾ। ਤੋ ਮਹਾਰਾਜ ਕਹਿੰਦੇ ਆ ਕਿ ਜਦੋਂ ਸੇਵਾ ਕਰੇਗਾ, ਸੰਤਾਂ ਦੀ ਸੰਗਤ ਕਰੇਗਾ, ਤੇ ਫਿਰ ਤੇਰੇ ਅੰਦਰ ਵੀ ਉਹ ਪ੍ਰੇਮ ਦੀਆਂ ਬੂੰਦਾਂ, ਸ਼ਰਧਾ ਦੀਆਂ ਬੂੰਦਾਂ ਜਿਹੜੀਆਂ ਹੈਗੀਆਂ ਉਹ ਪ੍ਰਗਟ ਹੋਣਗੀਆਂ। ਅੰਦਰ ਇਹ ਭਾਵ ਆਏਗਾ ਕਿ ਮੈਂ ਵੀ ਉਸ ਪ੍ਰੇਮ ਰਸ ਨੂੰ ਪ੍ਰਾਪਤ ਕਰਾਂ। ਵਣ ਤ੍ਰਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਤੋ ਮਹਾਰਾਜ ਕਹਿੰਦੇ ਕਿ ਜਿਵੇਂ ਵਰਸ਼ਾ ਹੁੰਦੀ ਆ ਤੇ ਸੁੱਕੇ ਜੰਗਲ ਹਰੇ ਹੋ ਗਏ, ਸੁੱਕਾ ਘਾਹ ਜਿਹੜਾ ਸੀ ਉਹ ਵੀ ਮੀਂਹ ਪੈਣ ਦੇ ਨਾਲ ਹਰਿਆ ਹੋ ਗਿਆ।
ਇਸੇ ਤਰ੍ਹਾਂ ਹੀ ਜਦੋਂ ਸਮਰੱਥ ਪ੍ਰਮਾਤਮਾ ਜੀ ਨੇ ਕਿਰਪਾ ਕੀਤੀ, ਜਦੋਂ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਤੇ ਅੰਦਰ ਜਿਹੜੀ ਖੁਸ਼ਕੀ ਸੀ, ਜਿਹੜਾ ਅੰਦਰ ਪ੍ਰੇਮਹੀਨ ਸੀ ਹਿਰਦਾ, ਉਹ ਪ੍ਰੇਮ ਯੁਗਤ ਹੋ ਗਿਆ, ਮੌਲਿਆ ਗਿਆ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਈ ਚਲ ਗਏ ਦੁੱਖ। ਪਰਮੇਸ਼ਰ ਪ੍ਰਮਾਤਮਾ ਦੇ ਨਾਮ ਦੀ ਭੁੱਖ ਲੱਗ ਗਈ, ਹਿਰਦਾ ਮੌਲਿਆ ਗਿਆ, ਸਮਰੱਥ ਪ੍ਰਮਾਤਮਾ ਨੇ ਕਿਰਪਾ ਕੀਤੀ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਮਹਾਰਾਜ ਕਹਿੰਦੇ ਕਿ ਇਹ ਸੁਣ ਕੇ ਹਰੀ ਦੇ ਮਿਲਣ ਦੀ ਅੰਦਰ ਲੋਚਾ ਪੈਦਾ ਹੋਈ। ਜਦੋਂ ਸੰਗਤ ਕੀਤੀ, ਬਾਰ-ਬਾਰ ਸੇਵਾ ਕੀਤੀ ਤੇ ਪੁੰਨਾਂ ਦਾ ਵਾਧਾ ਹੋਇਆ। ਮਹਾਰਾਜ ਨੇ ਕਿਰਪਾ ਕੀਤੀ ਤੇ ਕਹਿੰਦੇ ਕਿ ਇਸ ਜੀਵ ਦੇ ਅੰਦਰ ਵੀ ਹਰੀ ਮਿਲਣ ਦੀ ਲੋਚਾ ਹੋਈ, ਹਰੀ ਮਿਲਣ ਦੀ ਇੱਛਾ ਪ੍ਰਗਟ ਹੋਈ। ਪਰ ਮਹਾਰਾਜ ਕਹਿੰਦੇ ਕਿ ਕੱਲੀ ਇੱਛਾ ਪ੍ਰਗਟ ਹੋਣ ਦੇ ਨਾਲ ਹਰੀ ਨਹੀਂ ਮਿਲਦਾ। ਸੋਚਿਆ ਸੋਚ ਨ ਹੋਵਈ ਜੇ ਸੋਚੀ ਲਖਵਾਰ। ਲੱਖਾਂ ਵਾਰੀ ਸੋਚਣ ਦੇ ਨਾਲ ਉਹ ਸੋਚ ਵਿੱਚ ਨਹੀਂ ਆਉਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਕਰਮ ਮਿਲਾਵਣ ਹਾਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਨਾਮ ਧਿਆਇਆ, ਮਸ਼ਕਤ ਦੇ ਨਾਲ ਧਿਆਇਆ, ਉਦਮ ਕਰੇਂਦਿਆਂ ਜੀਵ ਤੂੰ ਕਮਾਵਦਿਆਂ ਸੁਖ ਪੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ। ਉਦਮ ਕਰੇਗਾ, ਚਰਨ ਸਰਣ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਈ ਲੀਤ ਹੈ। ਤੋ ਮਹਾਰਾਜ ਕਹਿੰਦੇ ਕਿ ਇਹ ਜੀਵ ਜਿਹੜਾ, ਇਹਦਾ ਭਾਵ ਰਹਿੰਦਾ ਕਿ ਜੇ ਕਿਸੇ ਡਾਕਟਰ ਨੂੰ ਦੇਖਦਾ ਤੇ ਸੋਚਦਾ ਕਿ ਮੈਂ ਹੀ ਡਾਕਟਰ ਹੁੰਦਾ, ਜੇ ਕਿਸੇ ਐਕਟਰ ਨੂੰ ਦੇਖਦਾ ਕਹਿੰਦਾ ਮੈਂ ਹੀ ਐਕਟਰ ਹੁੰਦਾ, ਇੰਜੀਨੀਅਰ ਨੂੰ ਦੇਖਦਾ ਤੇ ਕਹਿੰਦਾ ਜੇ ਮੈਂ ਹੀ ਇੰਜੀਨੀਅਰ ਹੁੰਦਾ, ਕਿਸੇ ਕਲਾਕਾਰ ਨੂੰ ਦੇਖਦਾ ਤੇ ਕਹਿੰਦਾ ਮੈਂ ਹੀ ਕਲਾਕਾਰ ਹੁੰਦਾ। ਤੋ ਮਹਾਰਾਜ ਕਹਿੰਦੇ ਕਿ ਉਹਨਾਂ ਦੀ ਮਿਹਨਤ ਕਿੰਨੀ ਆ। ਜਦੋਂ ਤੂੰ ਵਿਹਲਾ ਬੇਕਾਰ ਸਮਾਂ ਲੰਘਾ ਦਿੱਤਾ, ਸੰਸਾਰ ਦੀਆਂ ਗੱਲਾਂ ਦੇ ਵਿੱਚ ਸਮਾਂ ਲੰਘਾ ਦਿੱਤਾ, ਉਦੋਂ ਉਹ ਲੋਕ ਪੜ੍ਹਦੇ ਸੀ, ਮਿਹਨਤ ਕੀਤੀ, ਮਸ਼ੱਕਤ ਕੀਤੀ ਤੇ ਏਡੇ ਉੱਤੇ ਰੁਤਬੇ ਤੇ ਪਹੁੰਚ ਗਏ, ਮੈਨੇਜਰ ਲੱਗ ਗਏ, ਸੀਏ ਬਣ ਗਏ। ਤੇ ਤੂੰ ਵੀ ਜੇਕਰ ਇੰਨੀ ਮਿਹਨਤ ਕਰੇਗਾ ਤੇ ਤੂੰ ਵੀ ਸੀਏ ਬਣ ਜਾਏਗਾ, ਤੂੰ ਵੀ ਮੈਨੇਜਰ ਬਣ ਜਾਏਗਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਪ੍ਰਾਪਤ ਹੋਣਗੇ ਜੇ ਤੂੰ ਕਰਮ ਕਰੇਗਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਪਹਿਲੋ ਕਰਮ ਕਾਂਡ, ਫਿਰ ਉਪਾਸ਼ਨਾ ਕਾਂਡ, ਫਿਰ ਗਿਆਨ ਕਾਂਡ। ਗੁਰੂ ਮਹਾਰਾਜ ਦੇ ਜਦੋਂ ਦਰਸ਼ਨ ਕਰਨ ਕੋਈ ਜਾਂਦਾ ਸੀਗਾ, ਗੁਰੂ ਅਮਰਦਾਸ ਮਹਾਰਾਜ ਪਹਿਲੋਂ ਉਹਨੂੰ ਲੰਗਰ ਵੱਲ ਤੋਰਦੇ ਸੀ, ਭਾਈ ਲੰਗਰ ਵੱਲ ਚੱਲ, ਲੰਗਰ ਪਕਾ, ਲੰਗਰ ਸੰਗਤ ਨੂੰ ਛਕਾ ਤੇ ਤੇਰਾ ਕਰਮ ਕਾਂਡ ਪੂਰਾ ਹੋਵੇਗਾ ਤੇ ਫੇਰ ਤੂੰ ਸਾਧਨਾ ਕਰੇਗਾ। 12 ਸਾਲ ਗਾਗਰ ਦਾ ਜਲ ਲਿਆਣ ਕੇ ਬਿਆਸ ਤੋਂ ਇਸ਼ਨਾਨ ਕਰਾਉਂਦੇ ਰਹੇ। ਕਰਮ ਕੀਤਾ, ਮਿਹਨਤ ਕੀਤੀ ਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੀ ਪ੍ਰਾਪਤੀ ਹੋਈ ਹੈ। ਤੋ ਕਹਿੰਦੇ ਕਿ
ਇਹ ਸਭ ਸੁਣ ਕੇ ਵਾਹਿਗੁਰੂ ਪ੍ਰਮਾਤਮਾ ਦੇ ਮਿਲਣ ਦੀ ਲੋਚਾ ਪੈਦਾ ਹੋਈ। ਜਿਹੜੀ ਇਹ ਲੋਚਾ ਪੈਦਾ ਹੋਈ, ਜਿਹੜੇ ਮਹਾਂਪੁਰਖਾਂ ਦਾ ਸੰਗ ਮਿਲਾਤਾ, ਇਹੋ ਹੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ, ਦਇਆ ਹੁੰਦੀ ਆ। ਤੇ ਜਿਹੜਾ ਸੰਗਤ ਕਰਕੇ ਤੇ ਭਾਈ ਅੱਗੇ ਅਭਿਆਸ ਕਰਨਾ, ਮੁਸ਼ੱਕਤ ਘਾਲਣੀ, ਉਹਦੇ ਨਾਲ ਵਾਹਿਗੁਰੂ ਪ੍ਰਮਾਤਮਾ ਮਿਲਦਾ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੇ ਸਦ ਬਲਿਹਾਰ। ਤੋ ਮਹਾਰਾਜ ਇੱਥੇ ਸਖੀ ਸ਼ਬਦ ਆਇਆ। ਮਹਾਰਾਜ ਕਹਿੰਦੇ ਕਿ ਜਿੰਨੇ ਵੀ ਅੱਜ ਤੱਕ ਪਾਇਆ ਵਾਹਿਗੁਰੂ ਪ੍ਰਮਾਤਮਾ ਨੂੰ, ਉਹਨੇ ਸਖੀ ਭਾਵ ਦੇ ਵਿੱਚ ਪਾਇਆ। ਦੁਨੀਆ ਦਾ ਸਭ ਤੋਂ ਜਿਹੜਾ ਪਿਆਰਾ ਰਿਸ਼ਤਾ ਨਾ, ਉਹ ਪਤੀ ਪਤਨੀ ਦਾ ਹੁੰਦਾ। ਬਾਕੀ ਸਾਰੇ ਰਿਸ਼ਤੇ ਕਾਮਨਾ ਉੱਤੇ ਆ। ਤੋ ਪਤੀ ਪਤਨੀ ਦਾ ਜਿਹੜਾ ਰਿਸ਼ਤਾ, ਇਹ ਸਭ ਤੋਂ ਮਿੱਠਾ ਤੇ ਪਿਆਰਾ ਰਿਸ਼ਤਾ ਹੁੰਦਾ, ਜਿਹਦੇ ਵਿੱਚ ਪ੍ਰੇਮ ਪ੍ਰਗਟ ਹੁੰਦਾ। ਦੋਨਾਂ ਦੇ ਮਿਲਣ ਕਰਕੇ ਪ੍ਰੇਮ ਪ੍ਰਗਟ ਹੁੰਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਜੀਵ ਆ, ਇਹ ਜੀਵ ਵੀ ਤਾਂ ਹੀ ਪਰਮਾਤਮਾ ਦੇ ਕੋਲੋਂ ਪ੍ਰੇਮ ਲੈ ਸਕਦਾ ਜੇ ਇਹ ਇਸਤਰੀ ਬਣ ਕੇ ਪਰਮਾਤਮਾ ਨੂੰ ਪਤੀ ਬਣ ਕੇ ਪਿਆਰ ਕਰੇ। ਪਰਮਾਤਮਾ ਨੂੰ ਦੋਸਤ ਨਹੀਂ ਬਣਾਇਆ ਜਾ ਸਕਦਾ, ਪਿਤਾ ਬਣਾਉਣ ਦਾ ਵੀ ਕੋਈ ਨਹੀਂ ਫਾਇਦਾ। ਜੇ ਪਰਮਾਤਮਾ ਦਾ ਪ੍ਰੇਮ ਲੈਣਾ ਤੇ ਫਿਰ ਉਹਨੂੰ ਪਤੀ ਭਾਵ ਦੇ ਵਿੱਚ ਹੀ ਉਹਨੂੰ ਅਨੁਭਵ ਕਰਨਾ ਪਵੇਗਾ। ਤਾਂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਜੀਵ, ਜਿਹੜੇ ਪ੍ਰਮਾਤਮਾ ਦੇ ਪਿਆਰਿਆਂ ਨੇ ਜੀਵ ਇਸਤਰੀ ਬਣ ਕੇ ਪ੍ਰਮਾਤਮਾ ਨੂੰ ਪਿਆਰ ਕੀਤਾ, ਪਤੀ ਬਣ ਕੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪ੍ਰਾਪਤ ਹੋਇਆ ਤੇ ਮੈਂ ਉਹਨਾਂ ਨੂੰ ਸਦਾ ਨਮਸਕਾਰ ਕਰਦਾ। ਮੈਂ ਉਹਨਾਂ ਦੇ ਸਦਾ ਹੀ ਬਲਿਹਾਰੇ ਜਾਣਾ। ਵਾਹਿਗੁਰੂ ਪ੍ਰਮਾਤਮਾ ਪ੍ਰਾਪਤ ਹੀ ਉਹਨੂੰ ਹੁੰਦਾ ਜਿਹੜਾ ਜਗਿਆਸੂ ਇਸਤਰੀ ਰੂਪ ਦੇ ਵਿੱਚ ਪ੍ਰਮਾਤਮਾ ਨੂੰ ਪ੍ਰੇਮ ਕਰਦਾ। ਤੋ ਮਹਾਰਾਜ ਕਹਿੰਦੇ ਕਿ ਮੈਂ ਸਦਾ ਹੀ ਉਹਦੇ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਨਾਨਕ ਹਰ ਜੀ ਮਿਆ ਕਰ, ਸ਼ਬਦ ਸਵਾਰਨ ਹਾਰ। ਇੱਥੇ ਮਹਾਰਾਜ ਅਰਦਾਸ ਬੇਨਤੀ ਸਿਖਾਉਂਦੇ ਨੇ ਕਿ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਕਿ ਇਹ ਅਕਾਲ ਪੁਰਖ ਵਾਹਿਗੁਰੂ ਦਇਆ ਕਰੋ, ਮੈਨੂੰ ਬ੍ਰਹਮ ਗਿਆਨੀ ਮਹਾਂਪੁਰਖ ਦੇ ਕੋਲੋਂ ਸ਼ਬਦ ਦਾ ਅਭਿਆਸ ਦਿਵਾਓ ਤੇ ਉਸ ਸ਼ਬਦ ਦੇ ਅਭਿਆਸ ਦੇ ਨਾਲ ਮੇਰਾ ਜੀਵਨ ਜਿਹੜਾ ਉਹ ਸਵਰੇਗਾ। ਤੋ ਗੁਰਬਾਣੀ ਦੇ ਸ਼ਬਦ ਦਾ ਹੀ ਅਭਿਆਸ ਕਰਨਾ। ਜਿਸ ਸ਼ਬਦ ਦੇ ਉੱਤੇ ਨਿਸ਼ਚਾ, ਉਹੋ ਹੀ ਸ਼ਬਦ ਦਾ ਅਭਿਆਸ ਦੇ ਵਿੱਚ ਸਮਾਧੀ ਲੱਗਦੀ ਹੈ। ਜੇ ਕਿਸੇ ਨੂੰ ਜਿਹੜਾ ਵੀ ਸ਼ਬਦ ਮਿਲਿਆ ਗੁਰਬਾਣੀ ਦਾ, ਤਾਂ ਮਹਾਰਾਜ ਕਹਿੰਦੇ ਕਿ ਭਾਈ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਕਿ ਪ੍ਰਮਾਤਮਾ ਜੀ ਦਇਆ ਕਰੋ ਕਿ ਜਿਹੜਾ ਸ਼ਬਦ ਤੁਸੀਂ ਦਇਆ ਕਰਕੇ ਮੈਨੂੰ ਦਵਾਇਆ ਵਾ, ਉਹ ਸ਼ਬਦ ਦਾ ਮੈਂ ਅਭਿਆਸ ਕਰ ਸਕਾਂ। ਕਿਉਂਕਿ ਅਭਿਆਸ ਕਰਨ ਤੋਂ ਬਗੈਰ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੇ ਮਿਟਾਓ। ਸਿਮਰਨ ਤਾਂ ਕਰਨਾ ਹੀ ਪੈਂਦਾ। ਕੋਈ ਕਥਾ ਸੁਣ ਲਵੇ, ਕੋਈ ਯਾਤਰਾ ਕਰ ਲਏ, ਦਾਨ ਕਰ ਲਏ, ਪੁੰਨ ਕਰ ਲਏ, ਪਰਉਪਕਾਰ ਕਰ ਲਵੇ, ਪਰ ਅਭਿਆਸ, ਸ਼ਬਦ ਦਾ ਅਭਿਆਸ ਜਿਹੜਾ ਉਹ ਕਰਨਾ ਹੀ ਪੈਂਦਾ।
ਪਰ ਇਸੇ ਕਰਕੇ ਮਹਾਰਾਜ ਬੇਨਤੀ ਕਰਦੇ ਨੇ ਕਿ ਵਾਹਿਗੁਰੂ ਪਰਮਾਤਮਾ ਦਇਆ ਕਰੋ ਕਿ ਇਹ ਸ਼ਬਦ ਦੇ ਅਭਿਆਸ ਵਿੱਚ ਮੇਰਾ ਚਿੱਤ ਲੱਗ ਜਾਵੇ, ਮੇਰਾ ਮਨ ਲੱਗ ਜਾਵੇ। ਤੇ ਮਨ ਲੱਗਦਾ ਤਾਂ ਹੀ ਲੱਗਦਾ ਕਿ ਜਦੋਂ ਉਸ ਸ਼ਬਦ ਨੂੰ ਪਤੀ ਰੂਪ ਦੇ ਵਿੱਚ ਪ੍ਰੇਮ ਕਰੂਗਾ, ਉਹਦੇ ਨਾਲ ਆਪਣੇ ਨੇਤਰ ਜੋੜੂਗਾ, ਆਪਣੇ ਗਿਆਨ ਇੰਦਰੇ ਜੋੜੂਗਾ, ਉਹਦੇ ਵਿੱਚ ਮਮਤਾ ਪਾਊਗਾ, ਉਹਦੇ 'ਚ ਹਿੱਤ ਪਾਊਗਾ, ਤੇ ਤਾਂ ਹੀ ਉਹ ਸ਼ਬਦ ਮਿੱਠਾ ਲੱਗੂਗਾ। ਜੇ ਥੋੜਾ ਜਿਹਾ ਧਿਆਨ ਉਹਦੇ 'ਚ ਟਿਕ ਗਿਆ ਤੇ ਫੇਰ ਹੀ ਸ਼ਬਦ ਦਾ ਅਭਿਆਸ ਮਿੱਠਾ ਲੱਗਦਾ। ਤੋ ਇਹ ਪਰਮਾਤਮਾ ਦੇ ਕੋਲੋਂ ਅਰਦਾਸ ਮਹਾਰਾਜ ਸਿਖਾਉਂਦੇ ਨੇ। ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਤੋ ਮਹਾਰਾਜ ਇਸੇ ਕਰਕੇ ਹੀ ਅੱਗੇ ਬਚਨ ਉਚਾਰਦੇ ਨੇ ਕਿ ਜਿਸ ਤਰ੍ਹਾਂ ਸੁਹਾਗਣ ਜਿਹੜੀ ਹੁੰਦੀ ਆ, ਪਤੀ ਬ੍ਰਤਾ ਇਸਤਰੀ, ਉਹ ਆਪਣੇ ਪਤੀ ਨੂੰ ਆਪਣੇ ਹਿਰਦੇ ਦੇ ਵਿੱਚ ਸ਼ਿੰਗਾਰ ਬਣਾ ਕੇ ਰੱਖਦੀ ਆ। ਪਤਨੀ ਉਹ ਹੁੰਦੀ ਆ ਜਿਹੜੀ ਪਤੀ ਦਾ ਪਤਨ ਨਾ ਹੋਣ ਦੇਵੇ। ਪਤਨ ਇਤੀ ਪਤਨੀ, ਪਤਨ ਨਾ ਹੋਣ ਦੇਵੇ। ਜੇ ਪਤੀ ਠੱਗੀ ਕਰਦਾ ਉਹਨੂੰ ਰੋਕੇ, ਜੇ ਪਤੀ ਨਸ਼ਾ ਕਰਦਾ ਉਹਨੂੰ ਰੋਕੇ, ਧੋਖਾ ਕਰਦਾ ਉਹਨੂੰ ਰੋਕੇ, ਰਿਸ਼ਵਤ ਲੈਂਦਾ ਉਹਨੂੰ ਰੋਕੇ, ਉਹਦਾ ਪਤਨ ਨਾ ਹੋਣ ਦੇਵੇ। ਉਹਨੂੰ ਕਹਿੰਦੇ ਨੇ ਪਤਨੀ। ਤੇ ਧਰਮ ਪਤਨੀ ਉਹ ਹੁੰਦੀ ਆ ਜਿਹੜੀ ਸੰਸਾਰ ਦੀਆਂ ਬੁਰਾਈਆਂ ਤੋਂ ਰੋਕੇ ਹੀ, ਨਾਲ ਉਹਨੂੰ ਧਰਮੀ ਵੀ ਬਣਾਏ, ਉਹਦੇ ਕੋਲੋਂ ਦਾਨ ਪੁੰਨ ਕਰਾਏ, ਸੇਵਾ ਸਿਮਰਨ ਕਰਾਏ, ਤੀਰਥ ਯਾਤਰਾ ਕਰਾਏ, ਉਹਨੂੰ ਧਰਮ ਦੇ ਪਾਸੇ ਲਾਏ, ਉਹ ਧਰਮ ਪਤਨੀ ਹੁੰਦੀ ਆ। ਤੋ ਮਹਾਰਾਜ ਕਹਿੰਦੇ ਕਿ ਜਿਸ ਤਰ੍ਹਾਂ ਸੁਹਾਗਣ ਪਤੀ ਬ੍ਰਤਾ ਇਸਤਰੀ ਆਪਣੇ ਪਤੀ ਨੂੰ ਹਿਰਦੇ 'ਚ ਵਸਾ ਕੇ ਤੇ ਉਹਦੇ ਪਿਆਰ ਦਾ ਹਾਰ ਸ਼ਿੰਗਾਰ ਕਰਦੀ ਆ, ਇਸੇ ਤਰ੍ਹਾਂ ਹੀ ਜਗਿਆਸੂ ਜਿਹੜਾ ਉਹ ਵੀ ਪਰਮਾਤਮਾ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਔਰ ਉਹਨੂੰ ਹਾਰ ਬਣਾ ਕੇ ਉਹਦੇ ਨਾਲ ਪਿਆਰ ਕਰਦਾ। ਤੋ ਇਹੀ ਉਹਦਾ ਸ਼ਿੰਗਾਰ ਹੁੰਦਾ। ਚੰਗੇ ਗੁਣ, ਚੰਗੇ ਸੰਸਕਾਰ ਹੀ ਪਰਮਾਤਮਾ ਦੇ ਪ੍ਰੇਮੀ ਦਾ ਸ਼ਿੰਗਾਰ ਹੁੰਦਾ। ਤੋ ਇਹ ਮਹਾਰਾਜ ਉਪਦੇਸ਼ ਕਰਦੇ ਆ ਕਿ ਭਾਈ ਸੁਣੋ ਤੇ ਵੱਧ ਤੋਂ ਵੱਧ ਇਹਦਾ ਲਾਹਾ ਲਵੋ, ਫਾਇਦਾ ਲਵੋ, ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰੋ। ਪਰਮੇਸ਼ਰ ਪਰਮਾਤਮਾ ਜੀ ਨੇ ਅਵਸਰ ਦਿੱਤਾ ਇਹ ਮਨੁੱਖਾ ਦੇਹੀ ਦੇ ਵਿੱਚ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਮਨੁੱਖਾ ਦੇਹੀ ਨੂੰ ਸਫਲ ਕਰਨਾ। ਤੋ ਮਹਾਰਾਜ ਦਾ ਉਪਦੇਸ਼ ਸਰਵਣ ਕਰੋ ਔਰ ਉਹਦੇ ਤੇ ਅਮਲ ਕਰੋ, ਆਪਣੇ ਜੀਵਨ ਨੂੰ ਸਫਲਾ ਕਰੋ। ਤੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।